प्यारे बच्चों, सत श्री अकाल। मैं शहनाज सिद्धू, पंजाबी मिस्ट्रस, सरकारी हाई स्कूल गिੱਦੜ, ਜ਼ਿਲ੍ਹਾ ਬਠਿੰਡਾ ਤੋਂ। ਅੱਜ ਬੇਟਾ ਆਪਾਂ 9ਵੀਂ ਜਮਾਤ ਦੀ ਪਾਠ ਪੁਸਤਕ ਵੰਨਗੀ ਵਿੱਚ ਦਰਜ ਕਹਾਣੀ ਬਸ਼ੀਰਾ ਬਾਰੇ ਗੱਲ ਕਰਾਂਗੇ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕਹਾਣੀ ਬਾਰੇ ਦੱਸਦੀ ਹਾਂ। ਕਹਾਣੀ ਬੇਟਾ ਉਨੀ ਪੁਰਾਣੀ ਹੈ ਜਿੰਨਾ ਪੁਰਾਣਾ ਮਨੁੱਖ ਹੈ। ਕਹਾਣੀ ਵਿੱਚ ਆਮ ਤੌਰ ਤੇ ਇੱਕ ਹੀ ਕਥਾ ਹੁੰਦੀ ਹੈ। ਇਹਦੇ ਵਿੱਚ ਗੌਣ ਕਥਾਵਾਂ ਨਹੀਂ ਹੁੰਦੀਆਂ, ਯਾਨੀ ਕਿ ਬਹੁਤੀਆਂ ਕਹਾਣੀਆਂ ਇੱਕ ਕਹਾਣੀ ਦੇ ਵਿੱਚ ਛੋਟੀਆਂ-ਛੋਟੀਆਂ ਨਹੀਂ ਸਮਾਈਆਂ ਹੁੰਦੀਆਂ। ਕਹਾਣੀ ਦੀ ਦੁਨੀਆ ਜਿਹੜੀ ਉਹ ਛੋਟੀ ਹੁੰਦੀ ਹੈ, ਪਰ ਇਹਦਾ ਇਤਿਹਾਸ ਬਹੁਤ ਪੁਰਾਣਾ ਹੈ। ਕਹਾਣੀ ਦੇ ਵਿੱਚ ਵਿਸ਼ੇਸ਼ ਚੀਜ਼ ਹੈ ਜਿਹੜੀ ਉਹਦਾ ਪ੍ਰਭਾਵ ਹੁੰਦੀ ਹੈ ਕਿ ਤੁਸੀਂ ਕਹਾਣੀ ਪੜ੍ਹਨ ਵਾਲੇ ਤੇ ਪਾਠਕਾਂ ਤੇ ਕਿੰਨਾ ਕੁ ਕਹਾਣੀ ਰਾਹੀਂ ਪ੍ਰਭਾਵ ਪਾ ਸਕਦੇ ਹੋ। ਕਹਾਣੀ ਦੀ ਭਾਸ਼ਾ ਵਿੱਚ ਸੁਭਾਵਿਕਤਾ ਤੇ ਵਾਸਤਵਿਕਤਾ ਹੁੰਦੀ ਹੈ। ਕਹਾਣੀ ਗਾਗਰ ਵਿੱਚ ਸਾਗਰ ਹੁੰਦੀ ਹੈ। ਲੇਖਕ ਇੱਕ ਉਦੇਸ਼ ਨੂੰ ਲੈ ਕੇ ਕਹਾਣੀ ਲਿਖਦਾ ਹੈ। ਜਿਵੇਂ ਹੀ ਉਦੇਸ਼ ਦੀ ਪੂਰਤੀ ਹੋ ਜਾਂਦੀ ਹੈ, ਕਹਾਣੀ ਖਤਮ ਹੋ ਜਾਂਦੀ ਹੈ। ਜੀਵਨ ਦੀ ਕਿਸੇ ਇੱਕ ਘਟਨਾ ਨੂੰ ਲੈ ਕੇ ਕਹਾਣੀ ਲਿਖੀ ਜਾਂਦੀ ਹੈ ਤੇ ਇਸ ਲਈ ਇਹਦੇ ਵਿੱਚ ਪਾਤਰ ਹੈ ਜਿਹੜੇ ਉਹਨਾਂ ਦੀ ਗਿਣਤੀ ਵੀ ਘੱਟ ਹੁੰਦੀ ਹੈ। ਕਹਾਣੀ ਸੰਘਰਸ਼ਪੂਰਨ ਹੁੰਦੀ ਹੈ। ਇਹਦੇ ਵਿੱਚ ਉਤਸੁਕਤਾ ਤੇ ਉਤੇਜਨਾ ਹੁੰਦੀ ਹੈ। ਇਹਦਾ ਸੰਬੰਧ ਵਧੇਰੇ ਕਰਕੇ ਵਾਸਤਵਿਕ ਜੀਵਨ ਨਾਲ ਹੀ ਹੁੰਦਾ। ਕਹਾਣੀ ਵਿੱਚ ਨਾਟਕਤਾ ਹੁੰਦੀ ਹੈ ਜਿਹਦਾ ਪਾਠਕ ਬਹੁਤ ਮਨੋਰੰਜਨ ਕਰਦੇ ਆ। ਕਹਾਣੀ ਹੈ ਜਿਹੜੀ ਬੇਟਾ ਉਹ ਯਥਾਰਥਵਾਦੀ ਹੋ ਸਕਦੀ ਹੈ, ਆਦਰਸ਼ਵਾਦੀ ਹੋ ਸਕਦੀ ਹੈ, ਮਿਸ਼ਰਿਤ ਹੋ ਸਕਦੀ ਹੈ। ਕਹਾਣੀ ਦੇ ਤੱਤ ਕਿਹੜੇ-ਕਿਹੜੇ ਨੇ? ਕਹਾਣੀ ਦਾ ਪ੍ਰਮੁੱਖ ਤੱਤ ਹੈ ਜਿਹੜਾ ਉਹ ਹੈ ਉਸਦਾ ਕਥਾ ਵਸਤੂ। ਕਥਾ ਵਸਤੂ ਹੈ ਜਿਹੜੀ ਉਹ ਰੌਚਕ ਹੋਣੀ ਜ਼ਰੂਰੀ ਹੈ। ਦੂਸਰਾ ਤੱਤ ਹੈ ਸ਼ੈਲੀ। ਅਲੱਗ-ਅਲੱਗ ਲੇਖਕ ਹੈ ਜਿਹੜੇ ਉਹਨਾਂ ਦੀ ਸ਼ੈਲੀ ਅਲੱਗ-ਅਲੱਗ ਹੁੰਦੀ ਹੈ ਕਿਉਂਕਿ ਸ਼ੈਲੀ ਸ਼ਖਸੀਅਤ ਹੁੰਦੀ ਹੈ। ਸ਼ੈਲੀ ਪ੍ਰਮੁੱਖ ਤੌਰ ਤੇ ਆਤਮ ਕਥਾਨਕ ਪ੍ਰਣਾਲੀ ਹੋ ਸਕਦੀ ਹੈ, ਵਿਖਿਆਤਮਕ ਪ੍ਰਣਾਲੀ ਹੋ ਸਕਦੀ ਹੈ, ਪੱਤਰ ਪ੍ਰਣਾਲੀ ਹੋ ਸਕਦੀ ਹੈ, ਡਾਇਰੀ ਪ੍ਰਣਾਲੀ ਜਾਂ ਮਨੋਵਿਸ਼ਲੇਸ਼ਣਾਤਮਕ ਪ੍ਰਣਾਲੀ ਹੋ ਸਕਦੀ ਹੈ। ਤੀਸਰਾ ਹੈ ਭਾਸ਼ਾ। ਕਹਾਣੀ ਦੀ ਭਾਸ਼ਾ ਹੈ ਜਿਹੜੀ ਉਹ ਸੁਭਾਵਿਕ ਹੋਣੀ ਚਾਹੀਦੀ ਹੈ, ਸਰਲ, ਸਪਸ਼ਟ, ਜਿਹੜੀ ਸੌਖੀ ਸਮਝ ਆ ਜਾਵੇ। ਚੌਥਾ ਪਾਤਰ ਤੇ ਪਾਤਰ ਚਿਤਰਨ। ਆਮ ਤੌਰ ਤੇ ਕਹਾਣੀਕਾਰ ਹੈ ਜਿਹੜੇ ਉਹ ਨਾਟ ਪ੍ਰਣਾਲੀ ਜਾਂ ਵਿਸ਼ਲੇਸ਼ਣਾਤਮਕ ਪ੍ਰਣਾਲੀ ਦੇ ਨਾਲ ਆਪਣੇ ਪਾਤਰਾਂ ਦੇ ਸੁਭਾਅ ਦਾ ਚਿਤਰਨ ਕਰਦੇ ਹੈ। ਅੱਗੇ ਸੰਵਾਦ ਤੇ ਵਾਰਤਾਲਾਪ। ਕਹਾਣੀ ਦੇ ਸੰਵਾਦ ਛੋਟੇ ਤੇ ਚੁਸਤ ਹੋਣੇ ਚਾਹੀਦੇ ਹੈ ਜਿਸ ਦੇ ਨਾਲ ਹੀ ਕਹਾਣੀ ਹੈ ਜਿਹੜੀ ਉਹ ਤੇਜ਼ੀ ਨਾਲ ਅੱਗੇ ਵੱਧਦੀ ਹੈ। ਦੇਸ਼ਕਾਲ। ਘਟਨਾਵਾਂ ਕਹਾਣੀ ਦੇ ਵਿੱਚ ਤਾਂ ਹੀ ਸਾਡੇ ਨਾਲ ਮਿਲਦੀਆਂ ਜੁਲਦੀਆਂ ਲੱਗਦੀਆਂ ਜੇ ਉਹ ਦੇਸ਼ ਕਾਲ ਦੇ ਅਨੁਕੂਲ ਹੋਣ। ਉਦੇਸ਼। ਕਹਾਣੀ ਹੈ ਜਿਹੜੀ ਅਲੱਗ-ਅਲੱਗ ਤਰ੍ਹਾਂ ਦੇ ਉਦੇਸ਼ ਰੱਖਦੀ ਹੈ, ਪਰ ਆਮ ਤੌਰ ਤੇ ਕਹਾਣੀ ਦੇ ਉਦੇਸ਼ ਮਨੋਰੰਜਨ ਦੀ ਪ੍ਰਾਪਤੀ, ਸਿੱਖਿਆ ਤੇ ਉਪਦੇਸ਼, ਕੋਈ ਸੰਦੇਸ਼, ਸੁਹਜਾਤਮਕਤਾ ਦਾ ਪ੍ਰਗਟਾ, ਜੀਵਨ ਸੰਬੰਧੀ ਭੇਦਾਂ ਦਾ ਪ੍ਰਗਟਾ, ਸਮਾਜ ਦੀ ਆਲੋਚਨਾ, ਮਾਨਵ ਪ੍ਰਕਿਰਤੀ ਆਦਿ ਹੋ ਸਕਦੇ ਹੈ। ਕਹਾਣੀ ਹੈ ਜਿਹੜੀ ਉਹ ਕਿਉਂ ਪੜ੍ਹਾਈ ਜਾਂਦੀ ਹੈ? ਕੀ ਉਦੇਸ਼ ਨੇ ਕਹਾਣੀ ਪੜ੍ਹਾਉਣ ਦੇ? ਕਹਾਣੀ ਪੜ੍ਹਾਉਣ ਦਾ ਬੇਟਾ ਉਦੇਸ਼ ਇਹੀ ਹੈ ਕਿ ਬੱਚਿਆਂ ਨੂੰ ਮਨੋਰੰਜਨ ਦਿੱਤਾ ਜਾਵੇ, ਨਾਲ-ਨਾਲ ਸਿੱਖਿਆ ਵੀ ਦਿੱਤੀ ਜਾਵੇ। ਬੱਚੇ ਆਪਣੀ ਗੱਲ ਨੂੰ, ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਦਾ ਢੰਗ ਸਿੱਖ ਸਕਣ। ਉਹ ਕਲਪਨਾ ਹੈ ਜਿਹੜੀ ਉਹ ਵੱਧ ਤੋਂ ਵੱਧ ਕਰ ਸਕਣ। ਆਪਣਾ ਸੋਚ ਹੈ ਜਿਹੜੀ ਉਸ ਨੂੰ ਹੋਰ ਪ੍ਰੌੜ ਹੋਣ ਦਾ ਮੌਕਾ ਦੇਣ। ਭਾਸ਼ਾ, ਸ਼ਬਦਾਵਲੀ, ਮੁਹਾਵਰਿਆਂ ਤੋਂ ਜਾਣੂ ਹੋ ਸਕਣ ਤੇ ਸਰਲ ਤੇ ਰੌਚਕ ਢੰਗ ਦੇ ਨਾਲ ਗੱਲਬਾਤ ਕਰਨੀ ਸਿੱਖ ਸਕਣ। ਕਹਾਣੀ ਹੈ ਜਿਹੜੀ ਉਹਦੇ ਕੀ ਉਪਯੋਗਤਾ ਹੈ? ਕਹਾਣੀ ਹੈ ਜਿਹੜੀ ਉਹ ਬੱਚਿਆਂ ਨੂੰ ਕਿਉਂ ਉਹਨਾਂ ਦੇ ਸਿਲੇਬਸ ਦੇ ਵਿੱਚ ਸ਼ਾਮਿਲ ਕੀਤੀ ਜਾਂਦੀ ਹੈ?
ਕਿਉਂਕਿ ਇਹ ਗਿਆਨ ਵਧਾਉਣ ਦਾ ਬਹੁਤ ਵਧੀਆ ਸਾਧਨ ਹੈ। ਕਹਾਣੀ ਦੇ ਨਾਲ ਨੈਤਿਕ ਵਿਕਾਸ ਹੁੰਦਾ ਹੈ, ਬੱਚਿਆਂ ਦੇ ਵਿੱਚ ਭਾਸ਼ਾ ਦਾ ਵਿਕਾਸ ਹੁੰਦਾ ਹੈ, ਉਹਨਾਂ ਨੂੰ ਮਨੋਰੰਜਨ ਮਿਲਦਾ ਹੈ। ਕਹਾਣੀ ਹੈ ਜਿਹੜੀ ਉਹ ਨੀਰਸਤਾ ਨੂੰ ਦੂਰ ਕਰਦੀ ਹੈ। ਇਹਦੇ ਨਾਲ ਅਧਿਆਪਕ ਤੇ ਵਿਦਿਆਰਥੀਆਂ ਦੇ ਵਿਚਕਾਰ ਡੂੰਘੇ ਸੰਬੰਧ ਕਾਇਮ ਹੁੰਦੇ ਹੈ। ਸਾਹਿਤ ਪ੍ਰਤੀ ਬੱਚਿਆਂ ਦੇ ਵਿੱਚ ਰੁਚੀ ਵਿਕਸਿਤ ਹੁੰਦੀ ਹੈ। ਇਹਦੇ ਨਾਲ ਵਿਹਲਾ ਸਮਾਂ ਜਿਹੜਾ ਉਹ ਬਹੁਤ ਵਧੀਆ ਢੰਗ ਦੇ ਨਾਲ ਬਿਤਾਇਆ ਜਾ ਸਕਦਾ ਹੈ ਤੇ ਬੱਚੇ ਹੈ ਜਿਹੜੇ ਉਹ ਬਹੁਤ ਵਧੀਆ ਤਰ੍ਹਾਂ ਦੀਆਂ ਕਲਪਨਾਵਾਂ ਕਰ ਸਕਦੇ ਹੈ ਤੇ ਆਪਣੇ ਮਨ ਦੀਆਂ ਭਾਵਨਾਵਾਂ ਦੀ ਪੇਸ਼ਕਾਰੀ ਕਰਨੀ ਸਿੱਖ ਜਾਂਦੇ ਆ। ਇਹ ਕਹਾਣੀ ਬੱਚਿਓ ਨਵਤੇਜ ਸਿੰਘ ਦੀ ਲਿਖੀ ਹੋਈ ਹੈ। ਨਵਤੇਜ ਸਿੰਘ ਦਾ ਜਨਮ 1925 ਈਸਵੀ ਦੇ ਵਿੱਚ ਹੋਇਆ। ਉਸਦੇ ਮਾਤਾ ਦਾ ਨਾਂ ਸ਼੍ਰੀਮਤੀ ਜਗਜੀਤ ਕੌਰ ਤੇ ਪਿਤਾ ਦਾ ਨਾਂ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਸੀ। ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਨਾਂ ਤੁਸੀਂ ਸਾਰਿਆਂ ਨੇ ਜ਼ਰੂਰ ਕਿਤੇ ਨਾ ਕਿਤੇ ਸੁਣਿਆ ਹੋਣਾ। ਉਹ ਪੰਜਾਬੀ ਦਾ ਬਹੁਤ ਹੀ ਪ੍ਰਸਿੱਧ ਮੰਨਿਆ ਪ੍ਰਮੰਨਿਆ ਸਾਹਿਤਕਾਰ ਸੀ। ਉਹਦੇ ਨਾਂ ਦੇ ਪਿੱਛੇ ਪ੍ਰੀਤਲੜੀ ਇਸ ਲਈ ਪਿਆ ਕਿਉਂਕਿ ਉਹ ਪ੍ਰੀਤਲੜੀ ਨਾਂ ਦੇ ਇੱਕ ਪੰਜਾਬੀ ਰਸਾਲੇ ਦੀ ਸੰਪਾਦਨਾ ਕਰਦਾ ਸੀ, ਜਿਹੜਾ ਕੰਮ ਬਾਅਦ ਦੇ ਵਿੱਚ ਨਵਤੇਜ ਆਪ ਕਰਦਾ ਰਿਹਾ। ਨਵਤੇਜ ਵੀ ਪੰਜਾਬੀ ਦਾ ਸਾਡਾ ਬਹੁਤ ਪ੍ਰਸਿੱਧ ਕਹਾਣੀਕਾਰ ਹੈ। ਉਹਦੀਆਂ ਕਹਾਣੀਆਂ ਦਾ ਪ੍ਰਮੁੱਖ ਵਿਸ਼ਾ ਬੇਟਾ ਸਰਮਾਏਦਾਰਾਂ ਦੇ ਜ਼ੁਲਮ ਤੇ ਦੇਸ਼ ਦੀ ਗਰੀਬੀ ਹੈ। ਉਹਦੇ ਜਿਹੜੇ ਕਹਾਣੀ ਸੰਗ੍ਰਹਿ ਹੈ ਉਹ ਪ੍ਰਮੁੱਖ ਤੌਰ ਤੇ ਹੈਗੇ ਨੇ ਦੇਸ਼ ਵਾਪਸੀ ਤੇ ਹੋਰ ਕਹਾਣੀਆਂ, ਬਾਸਮਤੀ ਦੀ ਮਹਿਕ, ਨਵੀਂ ਰੁੱਤ ਆਦਿ। ਇਹ ਕਹਾਣੀ ਜਿਹੜੀ ਤੁਹਾਡੀ ਪਾਠ ਪੁਸਤਕ ਦੇ ਵਿੱਚ ਸ਼ਾਮਿਲ ਹੈ, ਬਸ਼ੀਰਾ, ਇਹ ਇੱਕ ਪਾਤਰ ਦਾ ਨਾਂ ਹੈ। ਇਸ ਕਹਾਣੀ ਦੇ ਰਾਹੀਂ ਬਾਲ ਮਨ ਦੀ ਸਮੱਸਿਆ ਨੂੰ ਕਹਾਣੀਕਾਰ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਸਾਡਾ ਜਿਹੜਾ ਸਮਾਜ ਹੈ ਉਸ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਹੱਕ ਨਹੀਂ ਮਿਲਦਾ, ਉਹ ਆਪਣੇ ਸੁਪਨੇ ਪੂਰੇ ਨਹੀਂ ਕਰ ਸਕਦੇ। ਘਰ ਦੀ ਜਿਹੜੀ ਗਰੀਬੀ ਹੈ ਜਾਂ ਮਾੜੀ ਆਰਥਿਕ ਹਾਲਤ ਹੈ ਉਹਦੇ ਕਰਕੇ ਉਹਨਾਂ ਨੂੰ ਆਪਣੀ ਪੜ੍ਹਾਈ ਲਿਖਾਈ ਵਿੱਚੇ ਛੱਡਣੀ ਪੈ ਜਾਂਦੀ ਹੈ। ਪਰ ਇਸ ਕਹਾਣੀ ਰਾਹੀਂ ਕਹਾਣੀਕਾਰ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਅਸੀਂ ਆਸ਼ਾਵਾਦੀ ਵਤੀਰਾ ਰੱਖੀਏ। ਅਜਿਹੇ ਚੰਗੇ ਸਮਾਜ ਦੀ ਉਹ ਕਲਪਨਾ ਕਰਦਾ ਹੈ ਜਿਸ ਦੇ ਵਿੱਚ ਹੁਣ ਸਾਰੇ ਬੱਚੇ ਹੈ ਜਿਹੜੇ ਉਹ ਵਿੱਦਿਆ ਪ੍ਰਾਪਤ ਕਰਨ ਦਾ ਹੱਕ ਮਾਣ ਸਕਣਗੇ। ਕੋਈ ਵੀ ਬੱਚਾ ਹੈ ਜਿਹੜਾ ਉਹ ਆਪਣੇ ਮਨ ਦੇ ਵਿੱਚ ਸੁਪਨਿਆਂ ਨੂੰ ਦਬਾ ਕੇ ਨਹੀਂ ਰੱਖੂਗਾ, ਸਗੋਂ ਉਹ ਵਿੱਦਿਆ ਪ੍ਰਾਪਤ ਕਰਨਗੇ ਤੇ ਉੱਚੀਆਂ ਬੁਲੰਦੀਆਂ ਤੇ ਪਹੁੰਚਣਗੇ। ਤਾਂ ਹੁਣ ਉਹ ਕਹਾਣੀ ਹੈ ਕਿ ਉਹ ਆਪਾਂ ਹੁਣ ਕਹਾਣੀ ਬਾਰੇ ਗੱਲ ਕਰਦੇ ਆਂ। ਕਹਾਣੀ ਦੇ ਸ਼ੁਰੂ ਵਿੱਚ ਬੇਟਾ ਨਵਤੇਜ ਹੈ ਜਿਹੜਾ ਉਹ ਦੱਸਦਾ ਹੈ ਕਿ ਮੈਂ ਤੇ ਬਸ਼ੀਰਾ ਦੋਨੇ ਬਹੁਤ ਵਧੀਆ ਬੇਲੀ ਸੀ। ਅਸੀਂ ਇਕੱਠੇ ਹੀ ਰਹਿੰਦੇ ਸੀ। ਜਦੋਂ ਵੀ ਅਸੀਂ ਕੋਈ ਖੇਡ ਖੇਡਦੇ ਤਾਂ ਖੇਡ ਦੇ ਵਿੱਚ ਅਸੀਂ ਦੋਵੇਂ ਹਾਣੀ ਬਣਦੇ। ਜਿੱਥੇ ਵੀ ਕਿਤੇ ਲੇਖਕ ਕਹਿੰਦਾ ਹੈ ਕਿ ਮੇਰਾ ਕਿਸੇ ਆਪਣੇ ਸਹਿਪਾਠੀਆਂ ਦੇ ਨਾਲ ਝਗੜਾ ਹੋ ਜਾਂਦਾ ਤਾਂ ਉੱਥੇ ਬਸ਼ੀਰਾ ਹਮੇਸ਼ਾ ਲੜਾਈ ਦੇ ਵਿੱਚ ਨਵਤੇਜ ਦਾ ਯਾਨੀ ਕਿ ਲੇਖਕ ਦਾ ਸਾਥ ਦਿੰਦਾ ਤੇ ਆਪ ਨਵਤੇਜ ਹੈ ਜਿਹੜਾ ਉਹ ਪੜ੍ਹਾਈ ਲਿਖਾਈ ਦੇ ਵਿੱਚ ਹਮੇਸ਼ਾ ਹੀ ਬਸ਼ੀਰੇ ਦੀ ਮਦਦ ਕਰਦਾ। ਇਸ ਤਰ੍ਹਾਂ ਦੋਨੇ ਇੱਕ ਦੂਸਰੇ ਦੀ ਮਦਦ ਕਰਦੇ ਤੇ ਉਹਨਾਂ ਦੀ ਦੋਸਤੀ ਹੈ ਜਿਹੜੀ ਉਹ ਹੋਰ ਗੂੜੀ ਹੋ ਜਾਂਦੀ। ਤਾਂ ਨਵਤੇਜ ਹੈ ਜਿਹੜਾ ਉਹ ਇੱਕ ਘਟਨਾ ਸੁਣਾਉਂਦਾ ਹੈ ਕਿ ਮੈਂ ਬਹੁਤ ਘੱਟ ਕਦੇ ਬਚਪਨ 'ਚ ਰੋਇਆ, ਪਰ ਇੱਕ ਵਾਰ ਉਹ ਕਹਿੰਦਾ ਮੇਰਾ ਰੋਣਾ ਬੰਦ ਹੀ ਨਹੀਂ ਹੋਇਆ ਜਦੋਂ ਬਸ਼ੀਰੇ ਦੇ ਮੱਥੇ ਦੇ ਵਿੱਚ ਕਾਬਲੀ ਭੂੰਡ ਲੜ ਗਿਆ। ਉਹਦੇ ਨੱਕ ਦੇ ਵਿੱਚੋਂ ਲਹੂ ਦੀ ਤਤੀਰੀ ਵਗਣੀ ਸ਼ੁਰੂ ਹੋ ਗਈ ਤੇ ਉਹਦਾ ਮੱਥਾ ਹੈ ਜਿਹੜਾ ਉਹ ਸੁੱਜ ਗਿਆ। ਤਾਂ ਨਵਤੇਜ ਕਹਿੰਦਾ ਮੈਨੂੰ ਇਉਂ ਲੱਗਦਾ ਸੀ ਉਸ ਸਮੇਂ ਜਿਵੇਂ ਮੇਰੇ ਦੋਸਤ ਦਾ ਮੱਥਾ ਨਹੀਂ ਸੁੱਜਿਆ, ਸਗੋਂ ਉਹ ਸੋਜ ਮੇਰੇ ਮੱਥੇ ਤੇ ਆ ਗਈ ਹੋਵੇ। ਇਸ ਤੋਂ ਬਾਅਦ ਬੇਟਾ ਉਹ ਬਸ਼ੀਰੇ ਬਾਰੇ ਦੱਸਦਾ ਹੈ ਕਿ ਬਸ਼ੀਰੇ ਦੇ ਵਿੱਚ ਬਹੁਤ ਸਾਰੇ ਗੁਣ ਸੀ। ਉਹ ਖੇਡਾਂ ਦੇ ਵਿੱਚ ਬਹੁਤ ਚੰਗਾ ਸੀ, ਦੌੜਾਂ ਦੇ ਵਿੱਚ ਉਹਦਾ ਕੋਈ ਮੁਕਾਬਲਾ ਨਹੀਂ ਸੀ ਕਰ ਸਕਦਾ। ਖੇਡਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਫੁੱਟਬਾਲ ਦਾ ਉਹ ਪੱਕਾ ਖਿਡਾਰੀ ਸੀ। ਸਵੇਰ ਦੀ ਸਕੂਲ ਦੇ ਵਿੱਚ ਜਿਹੜੀ ਪ੍ਰਾਰਥਨਾ ਹੁੰਦੀ ਸੀ
ਉਹਦੇ ਵਿੱਚ ਬਸ਼ੀਰਾ ਅਗਵਾਈ ਕਰਦਾ, ਕਿਉਂਕਿ ਉਹ ਬਹੁਤ ਹੀ ਸੋਹਣਾ ਗਾਉਂਦਾ ਸੀ। ਤੇ ਨਵਤੇਜ ਆਪਣੇ ਬਾਰੇ ਦੱਸਦਾ ਹੈ ਕਿ ਮੈਨੂੰ ਖੇਡਾਂ ਤੋਂ ਬਹੁਤ ਡਰ ਲੱਗਦਾ ਸੀ, ਕਿਉਂਕਿ ਮੈਨੂੰ ਖੇਡਾਂ ਉਸ ਤਰ੍ਹਾਂ ਨਾਲ ਖੇਡਣੀਆਂ ਨਹੀਂ ਸੀ ਆਉਂਦੀਆਂ ਜਿਸ ਤਰ੍ਹਾਂ ਨਾਲ ਬਸ਼ੀਰੇ ਨੂੰ ਆਉਂਦੀਆਂ ਸੀ। ਪਰ ਬਸ਼ੀਰੇ ਦੀ ਮਦਦ ਦੇ ਨਾਲ ਇਸ ਸਕੂਲ ਦੇ ਵਿੱਚ ਜਦੋਂ ਤੋਂ ਨਵਤੇਜ ਨੇ ਦਾਖਲਾ ਲਿਆ, ਉਦੋਂ ਤੋਂ ਕਹਿੰਦਾ ਮੈਨੂੰ ਵੀ ਖੇਡਾਂ ਥੋੜ੍ਹੀਆਂ ਬਹੁਤ ਖੇਡਣੀਆਂ ਆ ਗਈਆਂ। ਮੈਂ ਪੜ੍ਹਾਈ ਦੇ ਵਿੱਚ ਚੰਗਾ ਸੀ, ਪਰ ਪੜ੍ਹਾਈ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਮੇਰੇ ਆਉਣ ਤੋਂ ਪਹਿਲਾਂ ਬਸ਼ੀਰਾ ਬਹੁਤ ਹੀ ਨਲਾਇਕ ਸੀ, ਪਰ ਮੈਂ ਪੜ੍ਹਾਈ ਵਿੱਚ ਉਹਦੀ ਮਦਦ ਕਰਨ ਲੱਗ ਪਿਆ ਤਾਂ ਹੁਣ ਉਹ ਪੜ੍ਹਾਈ ਦੇ ਵਿੱਚ ਵੀ ਚੰਗਾ ਹੋ ਗਿਆ। ਤਾਂ ਇਹ ਦੋਨੇ ਦੋਸਤ ਹੈ ਜਿਹੜੇ ਉਹ ਇੱਕ ਦੂਸਰੇ ਦੇ ਨਾਲ ਆਪਣੇ ਗੁਣਾਂ ਨੂੰ ਸਾਂਝਾ ਕਰਦੇ ਸੀ। ਬਸ਼ੀਰੇ ਦੀ ਫੁੱਟਬਾਲ ਦੀ ਕਿੱਕ ਹੈ ਜਿਹੜੀ ਨਵਤੇਜ ਦੱਸਦਾ ਹੈ ਕਿ ਉਹ ਬਹੁਤ ਹੀ ਮਸ਼ਹੂਰ ਸੀ। ਜਦੋਂ ਕਦੇ ਮੈਚ ਹੋਣਾ ਹੁੰਦਾ ਤਾਂ ਲੇਖਕ ਕਹਿੰਦਾ ਮੈਨੂੰ ਚਾਅ ਚੜ ਜਾਂਦਾ, ਤੇ ਦੂਜੇ ਜਿਹੜੇ ਹੋਰ ਟੀਮ ਦੇ ਖਿਡਾਰੀ ਹੁੰਦੇ ਸੀ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਉਹ ਬਸ਼ੀਰੇ ਨੂੰ ਜਿੱਤਣ ਨਾ ਦੇਣ। ਪਰ ਬਸ਼ੀਰਾ ਹੈ ਜਿਹੜਾ ਉਹ ਫੁੱਟਬਾਲ ਦਾ ਇੰਨਾ ਵਧੀਆ ਖਿਡਾਰੀ ਸੀ ਕਿ ਹਮੇਸ਼ਾ ਉਸ ਦੀ ਹੀ ਜਿੱਤ ਹੁੰਦੀ ਸੀ। ਲੋਕ ਉਹਦਾ ਨਾਂ ਲੈ ਲੈ ਕੇ ਤਾਰੀਫਾਂ ਕਰਦੇ ਸੀ, ਤੇ ਉਸ ਸਮੇਂ ਲੇਖਕ ਨੂੰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਉਹ ਬਸ਼ੀਰੇ ਦੀ ਤਾਰੀਫ ਨਹੀਂ ਕਰਦੇ ਸੀ, ਸਗੋਂ ਉਸ ਦੀ ਕਰਦੇ ਸੀ। ਲੇਖਕ ਹੈ ਜਿਹੜਾ ਉਹ ਆਪਣਾ ਜਨਮ ਦਿਨ ਹਮੇਸ਼ਾ ਬਹੁਤ ਧੂਮ-ਧਾਮ ਨਾਲ ਮਨਾਉਂਦਾ ਸੀ, ਕਿਉਂਕਿ ਉਸ ਦੀ ਆਰਥਿਕ ਸਥਿਤੀ ਹੈ ਜਿਹੜੀ ਉਹ ਕਾਫੀ ਚੰਗੀ ਸੀ। ਤਾਂ ਉਹਦੇ ਮਾਂ-ਬਾਪ ਉਸ ਨੂੰ ਜਨਮ ਦਿਨ ਤੇ ਬਹੁਤ ਸਾਰੇ ਖਿਡੌਣੇ ਲੈ ਕੇ ਦਿੰਦੇ, ਬਹੁਤ ਸਾਰੀਆਂ ਮਠਿਆਈਆਂ ਘਰ ਦੇ ਵਿੱਚ ਲਿਆਂਦੀਆਂ ਜਾਂਦੀਆਂ। ਸ਼ਹਿਰ ਦੇ ਵਿੱਚੋਂ ਦੋਸਤਾਂ ਮਿੱਤਰਾਂ ਦੇ ਬੱਚੇ ਹੈ ਜਿਹੜੇ ਉਹਨਾਂ ਨੂੰ ਬੁਲਾਇਆ ਜਾਂਦਾ, ਘਰ ਦੇ ਵਿੱਚ ਸਮਾਗਮ ਕਰਵਾਇਆ ਜਾਂਦਾ। ਜਿਹੜਾ ਵੀ ਕੋਈ ਜਨਮ ਦਿਨ ਦੇ ਉੱਤੇ ਉਸ ਨੂੰ ਮਿਲਣ ਆਉਂਦਾ ਉਹਦੇ ਲਈ ਬਹੁਤ ਸਾਰੀਆਂ ਸੌਗਾਤਾਂ ਲੈ ਕੇ ਆਉਂਦਾ। ਤਾਂ ਨਵਤੇਜ ਦੱਸਦਾ ਹੈ ਕਿ ਮੇਰਾ ਕਮਰਾ ਹੈ ਜਿਹੜਾ ਉਹ ਸੌਗਾਤਾਂ ਦੇ ਨਾਲ ਭਰ ਜਾਂਦਾ। ਪਰ ਜਿਹੜੇ ਬੱਚੇ ਸ਼ਹਿਰੋਂ ਆਉਂਦੇ ਉਹ ਸਾਰੇ ਆਪਸ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਹੀ ਗੱਲਾਂ ਕਰਦੇ। ਤਾਂ ਉਹਨਾਂ ਦੋਸਤਾਂ ਦੇ ਨਾਲ ਬਸ਼ੀਰੇ ਨੂੰ ਵੀ ਕਹਾਣੀਕਾਰ ਹੈ ਜਿਹੜਾ ਉਹ ਆਪਣੇ ਜਨਮ ਦਿਨ ਤੇ ਬੁਲਾਉਂਦਾ, ਕਿਉਂਕਿ ਬਸ਼ੀਰਾ ਤਾਂ ਉਹਦਾ ਸਾਰਿਆਂ ਨਾਲੋਂ ਚੰਗਾ ਦੋਸਤ ਸੀ। ਪਰ ਨਵਤੇਜ ਨੂੰ ਇਸ ਗੱਲ ਤੋਂ ਬੜੀ ਕੋਫਤ ਹੁੰਦੀ ਕਿ ਬਸ਼ੀਰਾ ਹੈ ਜਿਹੜਾ ਉਹ ਸੁੰਗੜ ਕੇ ਇੱਕ ਕਿਨਾਰੇ 'ਚ ਬੈਠਾ ਰਹਿੰਦਾ, ਕਿਉਂਕਿ ਉਹਨੂੰ ਉਸ ਤਰ੍ਹਾਂ ਨਾਲ ਅੰਗਰੇਜ਼ੀ ਦੇ ਵਿੱਚ ਗੱਲਾਂ ਨਹੀਂ ਸੀ ਕਰਨੀਆਂ ਆਉਂਦੀਆਂ ਜਿਸ ਤਰ੍ਹਾਂ ਨਾਲ ਸ਼ਹਿਰੋਂ ਆਏ ਬੱਚੇ ਕਰਦੇ। ਜਿਹੜੇ ਬੱਚੇ ਉਹ ਸੀ ਸ਼ਹਿਰੋਂ ਆਏ ਹੋਏ, ਉਹਨਾਂ ਦੀਆਂ ਪੋਸ਼ਾਕਾਂ ਵੀ ਬੜੀਆਂ ਸੋਹਣੀਆਂ ਸੀ, ਉਹਨਾਂ ਦੀ ਆਰਥਿਕ ਹਾਲਤ ਵੀ ਚੰਗੀ ਸੀ, ਪਰ ਬਸ਼ੀਰਾ ਹੈ ਜਿਹੜਾ ਉੱਥੇ ਆਪਣੀ ਮਾੜੀ ਆਰਥਿਕ ਹਾਲਤ ਕਾਰਨ ਥੋੜਾ ਜਿਹਾ ਦਬ ਕੇ ਬੈਠਦਾ। ਇਹ ਗੱਲ ਹੈ ਜਿਹੜੀ ਉਹ ਨਵਤੇਜ ਨੂੰ ਕਦੇ ਚੰਗੀ ਨਹੀਂ ਸੀ ਲੱਗੀ, ਕਿਉਂਕਿ ਨਾ ਤਾਂ ਉੱਥੇ ਬਸ਼ੀਰਾ ਕੋਈ ਗੀਤ ਗਾਉਂਦਾ ਤੇ ਨਾ ਹੀ ਦੂਸਰੇ ਬੱਚੇ ਬਹੁਤਾ ਬਸ਼ੀਰੇ ਦੇ ਨਾਲ ਕੋਈ ਗੱਲਬਾਤ ਕਰਦੇ। ਪਰ ਉਹਨਾਂ ਸਾਰੇ ਬੱਚਿਆਂ ਦੇ ਵਿੱਚ ਇੱਕ ਕਾਂਤੀ ਨਾਂ ਦੀ ਕੁੜੀ ਸੀ। ਉਹ ਕੁੜੀ ਦੇ ਵਿੱਚ ਅਮੀਰੀ ਦਾ ਕੋਈ ਵੱਟ ਨਹੀਂ ਸੀ ਤੇ ਉਹਦੇ ਦਿਲ ਦੇ ਵਿੱਚ ਅੰਗਰੇਜ਼ੀ ਵੀ ਨਹੀਂ ਸੀ ਵਸੀ ਹੋਈ। ਇਸ ਕਰਕੇ ਬਸ਼ੀਰੇ ਨੂੰ ਉਹ ਕਾਂਤੀ ਹੈ ਜਿਹੜੀ ਉਹ ਬੁਲਾ ਲੈਂਦੀ ਸੀ। ਉਹ ਦੋਨੇ ਆਪਸ ਦੇ ਵਿੱਚ ਕੋਈ ਗੱਲਬਾਤ ਕਰ ਲੈਂਦੇ ਸੀ। ਤਾਂ ਉਹਦੇ ਸਾਹਮਣੇ ਬਸ਼ੀਰਾ ਹੈ ਜਿਹੜਾ ਉਹ ਬਹੁਤਾ ਸੁੰਗੜ ਕੇ ਨਹੀਂ ਸੀ ਬੈਠਦਾ। ਕਾਂਤੀ ਹੈ ਜਿਹੜੀ ਉਹਨੇ ਕਹਾਣੀਕਾਰ ਦੀਆਂ ਸੌਗਾਤਾਂ ਦੇ ਵਿੱਚੋਂ ਇੱਕ ਜਰਸੀ ਵੀ ਬਸ਼ੀਰੇ ਨੂੰ ਦੇ ਦਿੱਤੀ ਸੀ। ਤਾਂ ਇਸ ਤਰ੍ਹਾਂ ਨਾਲ ਇਹ ਲੜਕੀ ਹੈ ਜਿਹੜੀ ਉਹ ਲੇਖਕ ਨੂੰ ਤੇ ਨਾਲ ਦੀ ਨਾਲ ਬਸ਼ੀਰੇ ਨੂੰ ਦੋਨਾਂ ਨੂੰ ਚੰਗੀ ਲੱਗਦੀ ਸੀ। ਕਹਾਣੀਕਾਰ ਕਹਿੰਦਾ ਹੈ ਕਿ ਮੈਨੂੰ ਜਨਮ ਦਿਨ ਤੇ ਇੰਨੀਆਂ ਜ਼ਿਆਦਾ ਸੌਗਾਤਾਂ ਮਿਲੀਆਂ, ਤਾਂ ਉਹਨਾਂ ਸਾਰੀਆਂ ਸੌਗਾਤਾਂ ਦੇ ਵਿੱਚੋਂ ਮੈਂ ਇੱਕ ਸੌਗਾਤ ਜ਼ਰੂਰ ਆਪਣੇ ਦੋਸਤ ਨੂੰ ਦੇ ਦਿੰਦਾ ਸੀ, ਤੇ ਇਸ ਵਾਰ ਮੈਂ ਉਹਨੂੰ ਇੱਕ ਫੁੱਟਬਾਲ ਭੇਂਟ ਕੀਤੀ। ਇਹ ਅਸਲ ਦੇ ਵਿੱਚ ਪਹਿਲੀ ਫੁੱਟਬਾਲ ਸੀ ਜਿਹੜੀ ਉਹਦੀ ਆਪਦੀ ਸੀ। ਭਾਵੇਂ ਉਹ ਫੁੱਟਬਾਲ ਬਹੁਤ ਚੰਗੀ ਖੇਡਦਾ ਸੀ, ਪਰ ਉਹ ਆਪ ਤਾਂ ਫੁੱਟਬਾਲ ਖਰੀਦ ਨਹੀਂ ਸੀ ਸਕਦਾ। ਤਾਂ ਉਹ ਫੁੱਟਬਾਲ ਹੈ ਜਿਹੜੀ ਲੈ ਕੇ ਬਸ਼ੀਰਾ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ। ਉਹ ਦੋਨੇ ਦੋਸਤ ਹੈ ਜਿਹੜੇ ਉਹ ਬਚਪਨ ਦੇ ਵਿੱਚ ਬਹੁਤ ਸਾਰੇ ਸੁਪਨੇ ਦੇਖਦੇ। ਉਹ ਸੋਚਦੇ ਕਿ ਅਸੀਂ ਇਕੱਠੇ ਪੜ੍ਹਦੇ ਹੋਏ ਕਾਲਜ ਦੇ ਵਿੱਚ ਜਾਵਾਂਗੇ। ਬਸ਼ੀਰਾ ਹੈ ਜਿਹੜਾ ਉਹ ਫੁੱਟਬਾਲ ਦੀ ਯੂਨੀਵਰਸਿਟੀ ਦੀ ਟੀਮ ਦੇ ਵਿੱਚ ਹਿੱਸਾ ਲਊਗਾ।
ਤਾਂ ਨਵਤੇਜ ਹੈ ਜਿਹੜਾ ਉਹ ਕਿਤਾਬਾਂ ਲਿਖਿਆ ਕਰੂਗਾ, ਬਹੁਤ ਵੱਡਾ ਲਿਖਾਰੀ ਬਣੂਗਾ। ਤਾਂ ਬਸ਼ੀਰਾ ਨਵਤੇਜ ਨੂੰ ਅਕਸਰ ਹੀ ਕਹਿੰਦਾ, ਤੂੰ ਆਪਣੀਆਂ ਕਹਾਣੀਆਂ 'ਚ ਮੇਰਾ ਹਾਲ ਵੀ ਲਿਖਿਆ ਕਰੀਂ। ਮੈਂ ਹਮੇਸ਼ਾ ਦੂਜਿਆਂ ਨੂੰ ਦੱਸਿਆ ਕਰੂੰਗਾ ਕਿ ਮੇਰੇ ਯਾਰ ਤੇਜ ਦੀ ਕਿਤਾਬ ਹੈ। ਉਸ ਤੋਂ ਬਾਅਦ ਆਪਾਂ ਪਰਦੇਸੀ ਸੈਰ ਕਰਨ ਜਾਵਾਂਗੇ, ਉੱਥੇ ਅਸੀਂ ਬਹੁਤ ਆਨੰਦ ਕਰਾਂਗੇ। ਤਾਂ ਉਸ ਸਮੇਂ ਬਸ਼ੀਰਾ ਹੈ ਜਿਹੜਾ ਉਹ ਨਵਤੇਜ ਨੂੰ ਛੇੜਦਾ ਕਿ ਜਦੋਂ ਆਪਾਂ ਜਹਾਜ਼ ਤੋਂ ਉਤਰ ਕੇ ਵਾਪਸ ਆਵਾਂਗੇ ਤਾਂ ਦੇਸ਼ ਆਉਣ ਤੇ ਕਾਂਤੀ ਹੈ ਜਿਹੜੀ ਉਹ ਹਾਰ ਲੈ ਕੇ ਖੜੀ ਹੋਊਗੀ, ਤਾਂ ਉਹ ਗਲ ਦੇ ਵਿੱਚ ਹਾਰ ਪਾਊਗੀ। ਪਰ ਇਹ ਜਿਹਾ ਕਹਿਣ ਤੇ ਨਵਤੇਜ ਹੈ ਜਿਹੜਾ ਉਹ ਬਸ਼ੀਰੇ ਨੂੰ ਝਿੜਕਦਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ, ਭਾਵੇਂ ਉਹਨੂੰ ਇਹ ਗੱਲ ਬੜੀ ਚੰਗੀ ਲੱਗਦੀ। ਕੁਝ ਦਿਨ ਬਾਅਦ ਬੇਟਾ ਕੀ ਹੁੰਦਾ ਹੈ ਕਿ ਬਸ਼ੀਰਾ ਹੈ ਜਿਹੜਾ ਉਹ ਸਕੂਲ ਨਹੀਂ ਆਉਂਦਾ। ਨਵਤੇਜ ਉਡੀਕਦਾ ਹੈ 1 ਦਿਨ 2 ਦਿਨ। ਉਸ ਸਮੇਂ ਬੁਖਾਰ ਦਾ ਫੈਲਾਅ ਹੁੰਦਾ ਹੈ, ਤਾਂ ਉਹਨੂੰ ਲੱਗਦਾ ਹੈ ਕਿ ਬਸ਼ੀਰੇ ਨੂੰ ਸ਼ਾਇਦ ਬੁਖਾਰ ਹੋ ਗਿਆ ਹੋਵੇ। ਨਵਤੇਜ ਆਪ ਵੀ ਕੁਛ ਢਿੱਲਾ ਹੁੰਦਾ ਹੈ। ਪਰ 5-7 ਦਿਨ ਬੀਤ ਜਾਣ ਤੇ ਜਦੋਂ ਬਸ਼ੀਰਾ ਵਾਪਸ ਆਉਂਦਾ ਹੀ ਨਹੀਂ ਤਾਂ ਨਵਤੇਜ ਹੈ ਜਿਹੜਾ ਉਹ ਉੱਧਰ ਜਾਂਦਾ ਹੈ। ਤਾਂ ਉਹ ਸੋਚਦਾ ਕਿ ਮੈਂ ਜਾ ਕੇ ਦੇਖ ਕੇ ਆਉਣਾ, ਬਸ਼ੀਰਾ ਕਿਉਂ ਨਹੀਂ ਆਇਆ। ਤਾਂ ਉਹਨੂੰ ਬਸ਼ੀਰਾ ਹੈ ਜਿਹੜਾ ਰਾਹ ਦੇ ਵਿੱਚ ਮਿਲ ਜਾਂਦਾ ਹੈ। ਬਸ਼ੀਰਾ ਇੱਕ ਮੱਝ ਚਰਾਉਂਦਾ ਫਿਰਦਾ ਹੁੰਦਾ। ਹੁਣ ਜਦੋਂ ਨਵਤੇਜ ਬਸ਼ੀਰੇ ਨੂੰ ਪੁੱਛਦਾ ਕਿ ਤੂੰ ਸਕੂਲ ਕਿਉਂ ਨਹੀਂ ਆਉਂਦਾ, ਤਾਂ ਉਹ ਕਹਿੰਦਾ ਮੇਰੇ ਮੀਏ ਨੇ ਮੱਝ ਖਰੀਦ ਲਈ ਏ। ਹੁਣ ਇਹ ਸਤਰ ਹੈ ਜਿਹੜੀ ਬੇਟਾ ਇਹ ਬਸ਼ੀਰੇ ਦੇ ਉੱਤੇ ਬਹੁਤ ਭਾਰੂ ਹੁੰਦੀ ਹੈ। ਨਵਤੇਜ ਇਹਦਾ ਕੋਈ ਮਤਲਬ ਨਹੀਂ ਸਮਝਦਾ, ਕਿਉਂਕਿ ਨਵਤੇਜ ਲਈ ਤਾਂ ਮੱਝ ਖਰੀਦਣ ਦਾ ਮਤਲਬ ਹੈ ਘਰ ਦੇ ਵਿੱਚ ਦੁੱਧ ਹੋਊਗਾ, ਲੱਸੀ ਹੋਊਗੀ, ਦੁੱਧ ਪੀਵਾਂਗੇ। ਪਰ ਬਸ਼ੀਰੇ ਦੇ ਲਈ ਮੱਝ ਖਰੀਦਣ ਦੇ ਮਤਲਬ ਹੋਰ ਨੇ। ਅਸਲ ਦੇ ਵਿੱਚ ਜੇ ਉਹਦੇ ਮੀਏ ਨੇ ਮੱਝ ਖਰੀਦ ਲਈ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਘਰ ਦਾ ਗੁਜ਼ਾਰਾ ਹੈ ਜਿਹੜਾ ਉਹ ਹੁਣ ਦੁੱਧ ਵੇਚ ਕੇ ਹੋਣਾ। ਸਾਰੇ ਦਾ ਸਾਰਾ ਦੁੱਧ ਹੈ ਜਿਹੜਾ ਉਹ ਠੇਕੇਦਾਰ ਨੂੰ ਚੁਕਾਇਆ ਜਾਣਾ। ਘਰ ਦੇ ਵਿੱਚ ਜਿਹੜੇ ਘਰ ਦੇ ਜੀਅ ਹੈ ਉਹ ਦੁੱਧ ਲਈ ਤਰਸਣਗੇ। ਤਾਂ ਬਸ਼ੀਰੇ ਨੇ ਹੁਣ ਸਕੂਲ ਨਹੀਂ ਜਾਣਾ, ਕਿਉਂਕਿ ਉਹਨੇ ਮੱਝ ਨੂੰ ਚਰਾਉਣਾ ਤੇ ਉਹਦੀ ਪਰਵਰਿਸ਼ ਕਰਨੀ ਹੈ ਤਾਂ ਜੋ ਘਰ ਦਾ ਗੁਜ਼ਾਰਾ ਚੰਗਾ ਹੈ ਜਿਹੜਾ ਉਹ ਚੱਲਦਾ ਰਵੇ। ਹੁਣ ਬਸ਼ੀਰੇ ਲਈ ਮੱਝ ਖਰੀਦਣ ਦਾ ਮਤਲਬ ਹੈ ਕਿ ਉਹਨੇ ਸਕੂਲੋਂ ਹਟ ਜਾਣਾ, ਆਪਣੇ ਬੇਲੀਆਂ ਤੋਂ ਦੋਸਤਾਂ ਨੂੰ ਉਹਨੇ ਵਿਛੜ ਜਾਣਾ। ਅਜਿਹੀ ਸਥਿਤੀ ਦੇ ਵਿੱਚ ਲੇਖਕ ਹੈ ਜਿਹੜਾ ਬੇਟਾ ਉਹ ਬਹੁਤ ਨਿਰਾਸ਼ ਹੁੰਦਾ ਹੈ, ਕਿਉਂਕਿ ਉਹਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਕਿ ਅਜਿਹਾ ਵੀ ਹੋ ਸਕਦਾ ਹੈ। ਉਹਦੀ ਦੁਨੀਆ ਜਿਹੜੀ ਉਹ ਹੋਰ ਤਰ੍ਹਾਂ ਦੀ ਹੈ ਤੇ ਬਸ਼ੀਰੇ ਦੀ ਦੁਨੀਆ ਜਿਹੜੀ ਉਹ ਹੋਰ ਤਰ੍ਹਾਂ ਦੀ ਹੈ। ਤਾਂ ਅਜਿਹੀ ਸਥਿਤੀ ਦੇ ਵਿੱਚ ਕਹਾਣੀਕਾਰ ਸੋਚਦਾ ਹੈ ਕਿ ਮੈਂ ਬਸ਼ੀਰੇ ਨੂੰ ਫੁੱਟਬਾਲ ਤਾਂ ਲੈ ਕੇ ਦੇ ਦਿੱਤੀ, ਪਰ ਮੈਂ ਉਹਨੂੰ ਖੇਡਣ ਦੀ ਵੇਲ ਨਹੀਂ ਦੇ ਸਕਿਆ। ਤਾਂ ਅਜਿਹੇ ਮਾਹੌਲ ਦੇ ਵਿੱਚ ਕਹਾਣੀਕਾਰ ਹੈ ਜਿਹੜਾ ਉਹ ਬਸ਼ੀਰੇ ਦੁਆਰਾ ਕਹੀ ਹੋਈ ਗੱਲ ਹੈ ਜਿਹੜੀ ਉਹ ਯਾਦ ਕਰਦਾ ਹੈ ਕਿ ਤੂੰ ਜਦੋਂ ਕਹਾਣੀਆਂ ਲਿਖਿਆ ਕਰੇਂਗਾ ਮੇਰੇ ਬਾਰੇ ਵੀ ਲਿਖੀ, ਮੇਰਾ ਹਾਲ ਵੀ ਲਿਖੀ। ਤਾਂ ਇਹੀ ਗੱਲ ਤੋਂ ਪ੍ਰੇਰਿਤ ਹੋ ਕੇ ਨਵਤੇਜ ਹੈ ਜਿਹੜਾ ਉਹ ਸੋਚਦਾ ਕਿ ਹੁਣ ਮੈਂ ਜ਼ਰੂਰ ਬਸ਼ੀਰੇ ਲਈ ਜਾਂ ਬਸ਼ੀਰੇ ਵਰਗੇ ਹੋਰ ਲੋਕਾਂ ਲਈ, ਹੋਰ ਬੱਚਿਆਂ ਲਈ ਕਹਾਣੀਆਂ ਲਿਖੂੰਗਾ। ਮੈਂ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਸਾਰੀਆਂ ਸਮਾਜ ਦੇ ਸਾਹਮਣੇ ਲੈ ਕੇ ਆਊਂਗਾ ਤਾਂ ਜੋ ਠੇਕੇਦਾਰ ਸਾਰਾ ਦੁੱਧ ਨਾ ਚੱਕ ਸਕਣ, ਬਸ਼ੀਰੇ ਵੀ ਦੁੱਧ ਪੀ ਸਕਣ, ਉਹ ਦੁੱਧ ਨੂੰ ਤਰਸਣ ਨਾ। ਉਹਨਾਂ ਦੇ ਮਨ ਦੇ ਵਿੱਚ ਫੁੱਟਬਾਲ ਖੇਡਣ ਦੀ ਰੀਝ ਹੈ ਜਿਹੜੀ ਉਹ ਮਰੇ ਨਾ। ਉਹਨਾਂ ਦਾ ਦਿਲ ਜੇ ਫੁੱਟਬਾਲ ਨੂੰ ਕਿੱਕ ਮਾਰਨ ਨੂੰ ਕਰਦਾ ਤਾਂ ਉਹ ਇਹ ਕਰ ਸਕਣ। ਉਹ ਸੋਚਦਾ ਬੇਟਾ ਕਿ ਬਸ਼ੀਰੇ ਦਾ ਬਾਲ ਮਨ ਹੈ ਜਿਹੜਾ ਉਹ ਸੰਗਲਾਂ ਦੇ ਵਿੱਚ ਨਾ ਵੱਜੇ। ਬਸ਼ੀਰਾ ਤੇ ਉਹਦੇ ਵਰਗੇ ਹੋਰ ਲੋਕ ਹੈ ਜਿਹੜੇ ਉਹ ਆਪਣੇ ਮਨ ਦੀਆਂ ਰੀਝਾਂ ਪੂਰੀਆਂ ਕਰ ਸਕਣ, ਆਪਣੇ ਸੁਪਨੇ ਹੈ ਜਿਹੜੇ ਉਹ ਪੂਰੇ ਕਰ ਸਕਣ। ਦੇਸ਼ ਦੇ ਵਿੱਚ ਅਜਿਹੀ ਸਥਿਤੀ ਆ ਜਾਵੇ ਜਿਹਦੇ ਵਿੱਚ ਹਰ ਇੱਕ ਨੂੰ ਵਿੱਦਿਆ ਪ੍ਰਾਪਤੀ ਦਾ ਹੱਕ ਮਿਲੇ ਤਾਂ ਜੋ ਹਰ ਕੋਈ ਆਪਣੀ ਚੰਗੀ ਜ਼ਿੰਦਗੀ ਹੈ ਜਿਹੜੀ ਉਹ ਜਿਉ ਸਕੇ। ਤਾਂ ਇਹ ਆਪਣੀ ਕਹਾਣੀ ਸੀ ਬੇਟਾ ਬਸ਼ੀਰਾ। ਇਹ ਕਹਾਣੀ ਨੂੰ ਤੁਸੀਂ ਜਿਵੇਂ ਮੈਂ ਤੁਹਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਉਸ ਤਰ੍ਹਾਂ ਨਾਲ ਹੀ ਸਮਝਣਾ ਹੈ ਬੇਟਾ। ਇਹ ਸਾਰੀ ਕਹਾਣੀ ਦੇ ਵਿੱਚ ਤੁਸੀਂ ਹਰ ਘਟਨਾ ਹੈ ਜਿਹੜੀ ਉਸਨੂੰ ਗੌਰ ਦੇ ਨਾਲ ਸੁਣਨਾ ਹੈ,
ਜੇਕਰ ਤੁਸੀਂ ਧਿਆਨ ਦਿਓਗੇ ਤਾਂ ਜਿਹੜੇ ਤੁਹਾਨੂੰ ਵਸਤੂਨਿਸ਼ਟ ਪ੍ਰਸ਼ਨ ਪੁੱਛੇ ਜਾਂਦੇ ਆ ਪੇਪਰ ਦੇ ਵਿੱਚ, ਛੋਟੇ ਪ੍ਰਸ਼ਨ ਜਿਹੜੇ ਇੱਕ ਅੱਖਰ ਦੇ ਜਾਂ ਇੱਕ ਸਤਰ ਦੇ ਹੁੰਦੇ ਆ, ਤਾਂ ਉਹਨਾਂ ਸਾਰਿਆਂ ਦੇ ਉੱਤਰ ਤਕਰੀਬਨ ਤੁਹਾਨੂੰ ਇਹ ਸਾਰੇ ਕਹਾਣੀ ਪਾਠ ਦੇ ਵਿੱਚੋਂ ਮਿਲ ਜਾਣਗੇ। ਜੇ ਆਪਾਂ ਪਿੱਛੇ ਇਸ ਕਹਾਣੀ ਤੋਂ ਬਾਅਦ ਇਹਦੇ ਅਭਿਆਸ ਵੱਲ ਨਿਗਾਹ ਮਾਰੀਏ ਤਾਂ ਪਹਿਲਾਂ ਔਖੇ ਸ਼ਬਦਾਂ ਦੇ ਅਰਥ ਹੈ। ਕਹਾਣੀ ਪੜ੍ਹਦੇ ਹੋਏ ਕੁਝ ਸ਼ਬਦ ਤੁਹਾਨੂੰ ਔਖੇ ਲੱਗ ਸਕਦੇ ਆ, ਤਾਂ ਉਹ ਜੇ ਤੁਸੀਂ ਇਹਨਾਂ ਨੂੰ ਔਖੇ ਸ਼ਬਦਾਂ ਦੇ ਅਰਥਾਂ ਨੂੰ ਪੜ੍ਹ ਲਓਗੇ ਤਾਂ ਤੁਹਾਨੂੰ ਕਹਾਣੀ ਸਮਝਣ ਦੇ ਵਿੱਚ ਕੋਈ ਬਹੁਤੀ ਸਮੱਸਿਆ ਨਹੀਂ ਆਉਣੀ। ਅਭਿਆਸ ਦੇ ਵਿੱਚ ਪਹਿਲਾ ਪ੍ਰਸ਼ਨ ਹੈ, ਬਸ਼ੀਰਾ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਦੇ ਵਿੱਚ ਲਿਖੋ। ਤਾਂ ਬਸ਼ੀਰਾ ਕਹਾਣੀ ਦਾ ਸਾਰ ਬੇਟਾ ਇਹ ਜਿਹੜੀ ਤੁਹਾਨੂੰ ਮੈਂ ਹੁਣ ਕਹਾਣੀ ਸੁਣਾਈ ਹੈ, ਇਹਨੂੰ ਸਾਰੀ ਨੂੰ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਲਿਖ ਦੇਣਾ, ਤਾਂ ਉਹੀ ਇਸ ਕਹਾਣੀ ਦਾ ਸਾਰ ਹੈ। ਇਹਦੇ ਵਿੱਚ ਅਸੀਂ ਸ਼ੁਰੂ ਦੇ ਵਿੱਚ ਇਹ ਜ਼ਰੂਰ ਲਿਖਾਂਗੇ ਕਿ ਇਹ ਬਸ਼ੀਰਾ ਕਹਾਣੀ ਹੈ ਜਿਹੜੀ ਉਹ ਨਵਤੇਜ ਸਿੰਘ ਦੀ ਲਿਖੀ ਹੋਈ ਹੈ। ਉਸ ਤੋਂ ਬਾਅਦ ਸਾਰਾ ਕਹਾਣੀ ਪਾਠ ਹੈ ਜਿਹੜਾ ਜੋ ਤੁਹਾਨੂੰ ਸਮਝ ਆਇਆ ਉਸ ਤਰ੍ਹਾਂ ਦੇ ਨਾਲ ਅਸੀਂ ਹੱਲ ਕਰਨਾ। ਅਗਲਾ ਪ੍ਰਸ਼ਨ ਹੈ ਜਿਹੜਾ ਬੇਟਾ ਦੂਸਰਾ, ਉਹ ਹੈ ਇਸ ਕਹਾਣੀ ਦੀ ਕਿਹੜੀ ਘਟਨਾ ਨੇ ਲੇਖਕ ਨੂੰ ਰੋਣ ਲਈ ਮਜਬੂਰ ਕਰ ਦਿੱਤਾ। ਤਾਂ ਇਹਦਾ ਉੱਤਰ ਹੈ ਕਿ ਲੇਖਕ ਯਾਦ ਕਰਦਾ ਹੈ ਕਿ ਬਚਪਨ ਦੇ ਵਿੱਚ ਉਹ ਕਦੇ ਬਹੁਤ ਘੱਟ ਰੋਇਆ, ਪਰ ਇੱਕ ਵਾਰ ਉਹ ਕਹਿੰਦਾ ਮੇਰਾ ਰੋਣਾ ਬੰਦ ਨਹੀਂ ਹੋਇਆ ਜਦੋਂ ਬਸ਼ੀਰੇ ਦੇ ਮੱਥੇ ਦੇ ਉੱਤੇ ਕਾਬਲੀ ਭੂੰਡ ਲੜ ਜਾਂਦਾ ਹੈ, ਤਾਂ ਉਦੋਂ ਉਹਦੇ ਨੱਕ ਦੇ ਵਿੱਚੋਂ ਲਹੂ ਦੀ ਤਤੀਰੀ ਵਗਣ ਲੱਗ ਜਾਂਦੀ ਹੈ, ਤਾਂ ਉਸ ਸਮੇਂ ਉਹਦਾ ਮੱਥਾ ਹੈ ਜਿਹੜਾ ਉਹ ਸੁੱਜ ਜਾਂਦਾ ਹੈ। ਤਾਂ ਲੇਖ ਕਹਿੰਦਾ ਮੈਨੂੰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਸੋਜ ਉਹਦੇ ਮੱਥੇ ਤੇ ਨਾ ਆਈ ਹੋਵੇ, ਸਗੋਂ ਮੇਰੇ ਮੱਥੇ ਤੇ ਆਈ ਹੋਵੇ, ਤੇ ਇਸ ਘਟਨਾ ਨੇ ਲੇਖਕ ਨੂੰ ਰੋਣ ਦੇ ਲਈ ਮਜਬੂਰ ਕਰ ਦਿੱਤਾ ਸੀ, ਕਿਉਂਕਿ ਉਹ ਆਪਣੇ ਦੋਸਤ ਦਾ ਦੁੱਖ ਹੈ ਜਿਹੜਾ ਉਸਨੂੰ ਆਪਣਾ ਦੁੱਖ ਹੀ ਸਮਝਦਾ ਸੀ। ਤੀਸਰਾ ਪ੍ਰਸ਼ਨ ਹੈ ਬੇਟਾ, ਪੜ੍ਹਾਈ ਦੇ ਨਾਲ ਨਾਲ ਬਸ਼ੀਰਾ ਸਕੂਲ ਦੀਆਂ ਹੋਰ ਕਿਹੜੀਆਂ ਕਿਰਿਆਵਾਂ ਵਿੱਚ ਹਿੱਸਾ ਲੈਂਦਾ ਸੀ। ਤਾਂ ਬਸ਼ੀਰਾ ਹੈ ਜਿਹੜਾ ਉਹ ਸਕੂਲ ਦੇ ਵਿੱਚ ਪੜ੍ਹਦਾ ਸੀ, ਪਰ ਉਹਦੇ ਨਾਲ ਨਾਲ ਖੇਡਾਂ ਤੇ ਦੌੜਾਂ ਦੇ ਵਿੱਚ ਉਹ ਬਹੁਤ ਹੀ ਚੰਗਾ ਸੀ। ਖੇਡਾਂ ਦੇ ਵਿੱਚ ਫੁੱਟਬਾਲ ਖੇਡ ਹੈ ਜਿਹੜੀ ਉਹਦੀ ਮਨਪਸੰਦ ਸੀ। ਫੁੱਟਬਾਲ ਦਾ ਉਹ ਇੰਨਾ ਚੰਗਾ ਖਿਡਾਰੀ ਸੀ ਕਿ ਸਾਹਮਣੇ ਵਾਲੇ ਨੂੰ ਕਦੇ ਵੀ ਜਿੱਤਣ ਨਹੀਂ ਸੀ ਦਿੰਦਾ। ਉਹਦੀ ਫੁੱਟਬਾਲ ਦੀ ਕਿੱਕ ਹੈ ਜਿਹੜੀ ਉਹ ਆਸੇ-ਪਾਸੇ ਦੇ ਸਾਰੇ ਸਕੂਲਾਂ ਦੇ ਵਿੱਚ ਮਸ਼ਹੂਰ ਸੀ। ਇਸ ਤੋਂ ਇਲਾਵਾ ਉਹ ਸਕੂਲ ਦੀ ਸਵੇਰ ਦੀ ਪ੍ਰਾਰਥਨਾ ਜਿਹੜੀ ਹੁੰਦੀ ਹੈ ਉਹਦੀ ਅਗਵਾਈ ਕਰਦਾ ਸੀ, ਕਿਉਂਕਿ ਉਹ ਬਹੁਤ ਹੀ ਸੋਹਣਾ ਗਾਉਂਦਾ ਵੀ ਸੀ। ਚੌਥਾ ਪ੍ਰਸ਼ਨ ਹੈ, ਫੁੱਟਬਾਲ ਖੇਡ ਰਹੇ ਬਸ਼ੀਰੇ ਨੂੰ ਦੇਖ ਕੇ ਲੇਖਕ ਕੀ ਮਹਿਸੂਸ ਕਰਦਾ ਹੈ। ਹੁਣ ਲੇਖਕ ਹੈ ਜਿਹੜਾ ਉਹਦੀ ਬਸ਼ੀਰੇ ਦੇ ਨਾਲ ਦੋਸਤੀ ਬਹੁਤ ਹੀ ਪੱਕੀ ਹੁੰਦੀ ਹੈ, ਇਸ ਲਈ ਇਉਂ ਲੱਗਦਾ ਹੈ ਲੇਖਕ ਨੂੰ ਕਿ ਜਿਵੇਂ ਬਸ਼ੀਰਾ ਹੈ ਜਿਹੜਾ ਉਹ ਨਹੀਂ ਖੇਡ ਰਿਹਾ, ਮੈਂ ਹੀ ਖੇਡ ਰਿਹਾ ਹੋਵਾਂ। ਉਹਦੀ ਫੁੱਟਬਾਲ ਦੀ ਕਿੱਕ ਹੈ ਜਿਹੜੀ ਉਹਦੀ ਜਦੋਂ ਆਸੇ-ਪਾਸੇ ਲੋਕ ਮੈਚ ਦੇਖਦੇ ਹੋਏ ਪ੍ਰਸ਼ੰਸਾ ਕਰਦੇ, ਉਹਦਾ ਨਾਂ ਲੈ ਲੈ ਕੇ ਤਾਰੀਫਾਂ ਕਰਦੇ, ਤਾਂ ਲੇਖਕ ਨੂੰ ਇਉਂ ਲੱਗਦਾ ਜਿਵੇਂ ਉਹ ਬਸ਼ੀਰੇ ਦੀ ਨਹੀਂ ਸਗੋਂ ਮੇਰੀ ਹੀ ਤਾਰੀਫ ਕਰ ਰਹੇ ਹੋਣ। ਪੰਜਵਾਂ ਪ੍ਰਸ਼ਨ ਹੈ, ਲੇਖਕ ਦਾ ਜਨਮ ਦਿਨ ਮਨਾਉਣ ਆਏ ਮੁੰਡਿਆਂ ਵਿੱਚੋਂ ਲੇਖਕ ਨੂੰ ਕਾਂਤੀ ਨਾਂ ਦੀ ਕੁੜੀ ਕਿਉਂ ਚੰਗੀ ਲੱਗਦੀ ਸੀ। ਹੁਣ ਲੇਖਕ ਦਾ ਜਨਮ ਦਿਨ ਮਨਾਉਣ ਜਿੰਨੇ ਵੀ ਬੱਚੇ ਆਉਂਦੇ, ਸ਼ਹਿਰ ਦੇ ਵਿੱਚੋਂ ਆਉਂਦੇ, ਉਹਨਾਂ ਸਾਰਿਆਂ ਦੀ ਆਰਥਿਕ ਹਾਲਤ ਹੈ ਜਿਹੜੀ ਉਹ ਲੇਖਕ ਦੀ ਤਰ੍ਹਾਂ ਚੰਗੀ ਸੀ ਤੇ ਉਹ ਅੰਗਰੇਜ਼ੀ ਬਹੁਤ ਵਧੀਆ ਬੋਲਦੇ ਸੀ। ਪਰ ਲੇਖਕ ਨੂੰ ਕਾਂਤੀ ਨਾਂ ਦੀ ਕੁੜੀ ਚੰਗੀ ਲੱਗਦੀ ਸੀ ਕਿਉਂਕਿ ਉਹਨੂੰ ਅਮੀਰੀ ਦਾ ਕੋਈ ਘਮੰਡ ਨਹੀਂ ਸੀ ਤੇ ਉਹ ਨਾ ਹੀ ਅੰਗਰੇਜ਼ੀ ਬੋਲ ਕੇ ਖੁਸ਼ ਸੀ। ਉਹ ਬਸ਼ੀਰੇ ਨੂੰ ਵੀ ਬੁਲਾ ਲੈਂਦੀ ਸੀ, ਉਹਦੇ ਨਾਲ ਗੱਲਬਾਤ ਕਰਨ ਦੇ ਵਿੱਚ ਉਹਨੂੰ ਕੋਈ ਝਿਜਕ ਨਹੀਂ ਸੀ ਆਉਂਦੀ ਤੇ ਉਹਨੂੰ ਉਹ ਆਪਣੇ ਆਪ ਤੋਂ ਹੀਣਾ ਨਹੀਂ ਸੀ ਸਮਝਦੀ। ਛੇਵਾਂ ਪ੍ਰਸ਼ਨ ਹੈ, ਲੇਖਕ ਤੇ ਬਸ਼ੀਰਾ ਆਪਣੇ ਭਵਿੱਖ ਬਾਰੇ ਕਿਹੜੀਆਂ ਵਿਉਂਤਾਂ ਬਣਾਉਂਦੇ ਸਨ। ਹੁਣ ਲੇਖਕ ਤੇ ਬਸ਼ੀਰਾ ਦੋਨੇ ਸਕੂਲ ਦੇ ਵਿੱਚ ਪੜ੍ਹਦੇ ਸੀ। ਸਕੂਲ ਦੇ ਵਿੱਚ ਉਹ ਇਕੱਠੇ ਖੇਡਦੇ ਤੇ ਨਾਲ ਨਾਲ ਆਪਣੇ ਭਵਿੱਖ ਦੇ ਸੁਪਨੇ ਲੈਂਦੇ। ਭਵਿੱਖ ਦੇ ਸੁਪਨਿਆਂ ਦੇ ਵਿੱਚ ਉਹ ਸੋਚਦੇ ਕਿ ਇਕੱਠੇ ਕਾਲਜ ਦੇ ਵਿੱਚ ਪੜ੍ਹਾਂਗੇ। ਬਸ਼ੀਰਾ ਹੈ ਜਿਹੜਾ ਉਹ ਕਾਲਜ ਦੀ ਫੁੱਟਬਾਲ ਦੀ ਟੀਮ ਹੈ ਜਿਹੜੀ ਯੂਨੀਵਰਸਿਟੀ ਦੀ ਟੀਮ ਦੇ ਵਿੱਚ ਉਹਦੀ ਚੋਣ ਹੋ ਜੂਗੀ
ਤੇ ਲੇਖਕ ਹੈ ਜਿਹੜਾ ਉਹ ਕਿਤਾਬਾਂ ਲਿਖਿਆ ਕਰੂਗਾ, ਬਹੁਤ ਪ੍ਰਸਿੱਧ ਕਹਾਣੀਕਾਰ ਬਣੂਗਾ ਤੇ ਉਹ ਆਪਣੀਆਂ ਕਹਾਣੀਆਂ ਦੇ ਵਿੱਚ ਆਪਣੇ ਦੋਸਤ ਬਸ਼ੀਰੇ ਦਾ ਹਾਲ ਵੀ ਬਿਆਨ ਕਰੂਗਾ। 7ਵਾਂ ਪ੍ਰਸ਼ਨ ਹੈ, ਮੀਏ ਨੇ ਮੱਝ ਖਰੀਦ ਲਈ ਏ, ਲੇਖਕ ਨੂੰ ਇਸ ਗੱਲ ਦੀ ਸਮਝ ਕਿਉਂ ਨਹੀਂ ਆ ਰਹੀ ਸੀ? ਮੀਏ ਨੇ ਮੱਝ ਖਰੀਦ ਲਈ ਏ, ਲੇਖਕ ਲਈ ਤਾਂ ਮੱਝ ਖਰੀਦਣ ਦਾ ਮਤਲਬ ਇਹ ਸੀ ਕਿ ਘਰ ਦੇ ਵਿੱਚ ਦੁੱਧ ਆਊਗਾ ਤਾਂ ਦੁੱਧ ਪੀਵਾਂਗੇ, ਪਰ ਬਸ਼ੀਰਾ ਹੈ ਜਿਹੜਾ ਉਹਦੇ ਮੀਏ ਦੁਆਰਾ ਮੱਝ ਖਰੀਦੇ ਜਾਣ ਤੇ ਸਕੂਲ ਆਉਣਾ ਹੀ ਹਟ ਗਿਆ ਸੀ। ਹੁਣ ਲੇਖਕ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਆਉਂਦੀ ਕਿ ਬਸ਼ੀਰਾ ਹੈ ਜਿਹੜਾ ਉਹ ਗਰੀਬੀ ਦੀ ਹਾਲਤ ਦੇ ਵਿੱਚ ਰਹਿ ਰਿਹਾ ਸੀ। ਜੇ ਉਸਦੇ ਮੀਏ ਨੇ ਮੱਝ ਖਰੀਦ ਲਈ ਹੈ ਤਾਂ ਉਹਦਾ ਮਤਲਬ ਇਹ ਹੈ ਕਿ ਹੁਣ ਘਰ ਦਾ ਗੁਜ਼ਾਰਾ ਹੈ ਜਿਹੜਾ ਉਹ ਦੁੱਧ ਵੇਚ ਕੇ ਹੋਣਾ ਹੈ। ਸਾਰਾ ਦੁੱਧ ਠੇਕੇਦਾਰ ਨੂੰ ਚੁਕਾਇਆ ਜਾਣਾ ਹੈ। ਬਸ਼ੀਰਾ ਹੈ ਜਿਹੜਾ ਉਹ ਦੁੱਧ ਦੀ ਘੁੱਟ ਲਈ ਵੀ ਤਰਸੂਗਾ, ਨਾਲ ਹੀ ਉਸਨੂੰ ਮੱਝ ਨੂੰ ਚਰਾਉਣ ਦਾ ਕੰਮ ਵੀ ਸੌਂਪਿਆ ਗਿਆ। ਹੁਣ ਉਹਨੇ ਕਦੇ ਸਕੂਲ ਨਹੀਂ ਆਉਣਾ, ਸਗੋਂ ਉਸਨੇ ਇਸ ਮੱਝ ਦੀ ਪਾਲਣਾ ਕਰਨੀ ਹੈ। ਉਸ ਤੋਂ ਅਗਲਾ 8ਵਾਂ ਪ੍ਰਸ਼ਨ ਹੈ, ਕਹਾਣੀ ਦੇ ਅੰਤ ਵਿੱਚ ਲੇਖਕ ਬਸ਼ੀਰੇ ਦੇ ਬਾਲ ਮਨ ਦੀਆਂ ਉਡਾਰੀਆਂ ਨੂੰ ਪੂਰੇ ਕਰਨ ਲਈ ਕੀ ਕਲਪਨਾ ਕਰਦਾ ਹੈ? ਕਹਾਣੀ ਦੇ ਅੰਤ ਦੇ ਵਿੱਚ ਜਦੋਂ ਲੇਖਕ ਨੂੰ ਇਹ ਪਤਾ ਲੱਗਦਾ ਹੈ ਕਿ ਹੁਣ ਬਸ਼ੀਰੇ ਨੇ ਸਕੂਲ ਛੱਡ ਦਿੱਤਾ, ਉਹ ਹੁਣ ਕਦੇ ਸਕੂਲ ਨਹੀਂ ਆਊਗਾ ਕਿਉਂਕਿ ਉਸਦੇ ਮੀਏ ਨੇ ਮੱਝ ਖਰੀਦ ਲਈ ਹੈ, ਤਾਂ ਉਹ ਕਲਪਨਾ ਕਰਦਾ ਹੈ ਕਿ ਮੈਂ ਬਸ਼ੀਰਾ ਤੇ ਬਸ਼ੀਰੇ ਵਰਗੇ ਹੋਰ ਬੱਚਿਆਂ ਦੇ ਲਈ ਜ਼ਰੂਰ ਕਹਾਣੀਆਂ ਲਿਖੂੰਗਾ। ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਆਪਣੀਆਂ ਕਹਾਣੀਆਂ ਦੇ ਵਿੱਚ ਥਾਂ ਦੇਵਾਂਗਾ, ਤਾਂ ਜੋ ਸਮਾਜ ਦੇ ਵਿੱਚ ਕੋਈ ਵੀ ਬੱਚਾ ਅਜਿਹਾ ਨਾ ਬਾਕੀ ਰਹੇ ਜਿਹੜਾ ਆਪਣੇ ਸੁਪਨੇ ਕਦੇ ਪੂਰੇ ਨਾ ਕਰ ਸਕੇ। ਹਰ ਇੱਕ ਨੂੰ ਵਿੱਦਿਆ ਪ੍ਰਾਪਤੀ ਦਾ ਹੱਕ ਮਿਲੇ। ਸਾਰੇ ਬੱਚੇ ਆ ਜਿਹੜੇ ਆਪਣੇ ਭਵਿੱਖ ਬਾਰੇ ਸੋਹਣੇ ਸੁਪਨੇ ਲੈਣ ਤੇ ਉਹਨਾਂ ਦੇ ਵਿੱਚ ਜਿਹੜੇ ਗੁਣ ਹੈ ਉਹ ਸਾਰੇ ਨਿਖਰ ਕੇ ਲੋਕਾਂ ਦੇ ਸਾਹਮਣੇ ਆਉਣ। ਤਾਂ ਇਹ ਸਾਰੇ ਪ੍ਰਸ਼ਨ ਹੈ ਜਿਹੜੇ ਉਹ ਪੇਪਰ ਦੇ ਵਿੱਚ ਸਾਨੂੰ ਪੁੱਛੇ ਜਾ ਸਕਦੇ ਆ। ਇਸ ਤੋਂ ਇਲਾਵਾ ਜਿਹੜੇ ਵਸਤੂਨਿਸ਼ਟ ਪ੍ਰਸ਼ਨ ਪੁੱਛੇ ਜਾਣਗੇ ਉਹ ਅਜਿਹੇ ਹੋ ਸਕਦੇ ਆ। ਉਦਾਹਰਨ ਦੇ ਤੌਰ ਤੇ ਬਸ਼ੀਰਾ ਕਹਾਣੀ ਕਿਸ ਕਹਾਣੀਕਾਰ ਨੇ ਲਿਖੀ, ਜਾਂ ਸਾਨੂੰ ਕਹਾਣੀ ਦੇ ਪਾਤਰਾਂ ਬਾਰੇ ਪੁੱਛਿਆ ਜਾ ਸਕਦਾ ਹੈ ਕਿ ਨਵਤੇਜ ਕਿਸ ਕਹਾਣੀ ਦਾ ਪਾਤਰ ਹੈ, ਜਾਂ ਬਸ਼ੀਰਾ ਕਿਸ ਕਾਰਨ ਕਰਕੇ ਸਕੂਲ ਆਉਣੋਂ ਹਟ ਗਿਆ ਸੀ, ਜਾਂ ਬਸ਼ੀਰੇ ਦੇ ਮੀਏ ਨੇ ਕੀ ਖਰੀਦ ਲਿਆ ਸੀ, ਜਾਂ ਬਸ਼ੀਰੇ ਦੇ ਵਿੱਚ ਕਿਹੜੇ ਗੁਣ ਸੀ। ਤਾਂ ਅਜਿਹੇ ਪ੍ਰਸ਼ਨ ਹੈ ਜਿਹੜੇ ਉਹਨਾਂ ਦੇ ਉੱਤਰ ਦੇਣੇ ਸਾਡੇ ਲਈ ਕੋਈ ਮੁਸ਼ਕਲ ਨਹੀਂ ਹੋਣਗੇ ਜੇ ਅਸੀਂ ਸਾਰਾ ਕਹਾਣੀ ਪਾਠ ਕਿਤਾਬ ਤੋਂ ਆਪ ਕੀਤਾ ਹੋਊਗਾ ਤੇ ਇਹ ਜਿਹੜਾ ਲੈਕਚਰ ਹੈ ਇਸ ਨੂੰ ਧਿਆਨ ਦੇ ਨਾਲ ਸੁਣਿਆ ਹੋਊਗਾ। ਧੰਨਵਾਦ ਬੇਟਾ।